Hello everyone, good morning. This is Jashan with Ethic Works Immigration and जो आज ਦਾ ਰੀਜ਼ਨ ਆਪਣਾ ਲਾਈਵ ਹੁੰਦਾ that is the updates ਜੋ IRCC ਦੇ ਵੈਬੀਨਾਰ ਤੋਂ ਆਈਆਂ so these are the latest updates and ਜੋ ਇਮੀਗ੍ਰੇਸ਼ਨ ਆਫੀਸਰ ਸੀਗੇ ਇਸ ਵੈਬੀਨਾਰ ਦੇ ਵਿੱਚ ਉਹਨਾਂ ਨੇ ਕੀ ਅਪਡੇਟਸ ਦਿੱਤੀਆਂ ਸਾਨੂੰ ਐਂਡ ਮੈਂ ਥੋੜ੍ਹੇ ਜਿਹੇ ਕੀ ਪੁਆਇੰਟਸ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਜੋ ਇਸ ਆਪਾਂ ਲਾਈਵ ਸੈਸ਼ਨ ਦੇ ਵਿੱਚ ਸ਼ੇਅਰ ਕਰਾਂਗੇ ਜੋ ਅਪਡੇਟਸ ਦਿਊਂਗਾ ਜੋ IRCC ਤੋਂ ਮਿਲੀਆਂ ਗਈਆਂ ਸੋ ਮੈਡੀਕਲ ਰਿਗਾਰਡਿੰਗ ਅਪਡੇਟਸ ਆਪਾਂ ਡਿਸਕਸ ਕਰਾਂਗੇ ਕਿ ਕਦੋਂ ਮੈਡੀਕਲਸ ਅਪਡੇਟ ਹੋ ਜਾਂਦੇ ਆ ਵਾਟ ਇਜ਼ ਦੇਅਰ ਵੈਲਿਡਿਟੀ ਐਂਡ ਜੇ ਵੀਜ਼ਾ ਡੀਐਕਟੀਵੇਟ ਹੋ ਚੁੱਕੇ ਆ ਸੋ ਵਾਟ ਯੂ ਕੈਨ ਡੂ ਇਨ ਦੈਟ ਕੇਸ ਕਿੰਨਾ ਟਾਈਮ ਤੁਹਾਨੂੰ ਵੇਟ ਕਰਨੀ ਪੈਣੀ ਆ ਕਾਫੀ ਜੋ ਐਂਟਰੀ ਦੇ ਉੱਪਰ ਡਿਨਾਇਲਸ ਆ ਰਹੀਆਂ ਕਿ ਤੁਹਾਨੂੰ ਐਂਟਰੀ ਨਹੀਂ ਕਰਨ ਦਿੱਤੀ ਜਾਂਦੀ ਕੈਨੇਡਾ ਦੇ ਵਿੱਚ ਉਹਦੇ ਕੀ ਬੇਸਿਕ ਰੀਜ਼ਨਸ ਹੈ ਐਂਡ ਕਿਵੇਂ ਤੁਸੀਂ ਉਸ ਚੀਜ਼ਾਂ ਨੂੰ ਅਵੋਇਡ ਕਰ ਸਕਦੇ ਹੋ ਸਪੈਸ਼ਲੀ ਸਟੱਡੀ ਵੀਜ਼ਾ ਰਿਗਾਰਡਿੰਗ ਐਂਡ ਜੋ ਫਿਰ ਨੈਕਸਟ ਪੁਆਇੰਟ ਆਪਾਂ ਡਿਸਕਸ ਕਰਾਂਗੇ ਜੋ ਵੀਜ਼ਾ ਰਿਜੈਕਸ਼ਨਸ ਆ ਰਹੇ ਆ ਈਵਨ ਜਿੰਨਾ ਸਟੂਡੈਂਟਸ ਦੇ ਹਾਇਰ ਆਲਸ ਆ ਉਹਨਾਂ ਦੇ ਵੀ ਉਹਦੇ ਪਿੱਛੇ ਕੀ ਰੀਜ਼ਨਸ ਆ ਬੇਸਿਕਲੀ ਕੀ ਪੁਆਇੰਟਸ ਆ ਐਂਡ one of the most important update Quebec updates so ਇਹਦੇ ਵਿੱਚ ਜੋ ਵੀਜ਼ਾਸ ਆ ਇੰਨਾ ਜ਼ਿਆਦਾ ਡਿਲੇ ਕਿਉਂ ਹੋ ਰਹੀ ਆ what is the reason behind ਕਿਉਂ IRCC ਇੰਨਾ ਟਾਈਮ ਲੈ ਰਹੀ ਆ ਸੋ ਉਹਦੇ ਵਿੱਚ ਵੀ ਉਹਨਾਂ ਨੇ ਡੀਟੇਲ ਦੇ ਵਿੱਚ ਇਹ ਕੁਐਸਚਨਸ ਦੇ ਆਨਸਰ ਕੀਤੇ and also with the direct flights जो suspension और 21st September तक का फिलहाल so these are the basic key points जो core सी इस webinar दा ਉਹਦੇ ਵਿੱਚ discussions ਹੋਈਆਂ ਸੀ so let's begin today and discuss ਕਰਦੇ ਹਾਂ and ਤੁਸੀਂ ਜੋ ਵੀ ਤੁਹਾਡੇ questions ਹੋਣਗੇ ਇਸ live session ਤੋਂ ਬਾਅਦ ਤੁਸੀਂ ਸਾਨੂੰ through a comment or through a message ਤੁਸੀਂ ਸਾਨੂੰ send ਕਰ ਸਕਦੇ ਹੋ even you can give us a call ਜੇ ਤੁਹਾਡੇ ਹੋਰ ਵੀ ਡਾਊਟਸ ਹੋਣਗੇ ਤਾਂ ਕਿ ਅਸੀਂ ਤੁਹਾਡੇ ਡਾਊਟਸ ਬਾਅਦ ਵਿੱਚ ਕਲੀਅਰ ਕਰ ਸਕੀਏ ਓਕੇ ਸੋ ਫਸਟ ਆਫ ਆਲ ਉਹਨਾਂ ਨੇ ਕਾਫੀ ਕਲੀਅਰ ਕੀਤਾ ਕਿ ਜੋ ਇਸ ਟਾਈਮ ਦੇ ਉੱਤੇ ਪ੍ਰਾਇਰਟੀ ਦਿੱਤੀ ਜਾ ਰਹੀ ਹੈ ਦੈਟ ਇਜ਼ ਗਿਵਨ ਟੂ ਸਟੱਡੀ ਪਰਮਿਟ ਐਪਲੀਕੇਸ਼ਨਸ ਬਾਕੀ ਦੀਆਂ ਹੋਰ ਜੋ ਐਪਲੀਕੇਸ਼ਨਸ ਆ ਵੈਦਰ ਇਟਸ ਅ ਸਪਾਊਸਲ ਵਰਕ ਪਰਮਿਟ ਐਪਲੀਕੇਸ਼ਨ ਜਾਂ ਫਿਰ ਵਿਜ਼ਟਰ ਵੀਜ਼ਾ ਦੀਆਂ ਐਪਲੀਕੇਸ਼ਨਸ ਆ ਉਹਨਾਂ ਤੋਂ ਸਭ ਤੋਂ ਪ੍ਰਾਇਰਟੀ ਜ਼ਿਆਦਾ ਸਟੱਡੀ ਪਰਮਿਟ ਐਪਲੀਕੇਸ਼ਨਸ ਨੂੰ ਦਿੱਤੀ ਜਾ ਰਹੀ ਆ ਸੋ ਦੇ ਆਰ ਟਰਾਈਂਗ ਦੇਅਰ ਬੈਸਟ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਉਹ ਜਿਹੜੀਆਂ ਪ੍ਰੋਸੈਸਿੰਗਸ ਆ ਡਨ ਕਰ ਸਕਣ ਈਵਨ ਕਿ ਕਿਉਂਕਿ ਸੈਪਟੈਂਬਰ ਸੈਸ਼ਨ ਆਲਰੇਡੀ ਸਟਾਰਟ ਹੋ ਚੁੱਕਿਆ ਸੋ ਦੇ ਸਟੂਡੈਂਟਸ ਆਰ ਵੇਟਿੰਗ ਔਨ ਦੈਟ ਆਲਸੋ ਉਹਨਾਂ ਨੇ ਇੱਕ ਗੱਲ ਇਹ ਵੀ ਕਲੀਅਰ ਕੀਤੀ ਕਿ ਜਿਨ੍ਹਾਂ ਦੇ ਸਟੂਡੈਂਟਸ ਦੇ ਸੈਪਟੈਂਬਰ ਇਨਟੇਕ ਦੇ ਵਿੱਚ ਸਟੱਡੀ ਸਟਾਰਟ ਹੋ ਰਹੀਆਂ ਐਂਡ ਜੇ ਤੁਹਾਡਾ ਵੀਜ਼ਾ ਨਹੀਂ ਆਇਆ ਸੋ ਦੇ ਅੰਡਰਸਟੈਂਡ ਦੈਟ ਸਿਚੁਏਸ਼ਨ ਤੁਸੀਂ ਆਪਣੇ ਕਾਲਜ ਨਾਲ ਚੈੱਕ ਕਰੋ ਕਿ ਕੀ ਤੁਹਾਡੀ ਰਿਫੰਡ ਪੋਲਿਸੀਜ਼ ਆ ਕਦੋਂ ਤੱਕ ਤੁਸੀਂ ਉਹਨਾਂ ਨੂੰ ਵੀਜ਼ਾ ਅਪਡੇਟ ਦੇ ਸਕਦੇ ਹੋ ਜੇ ਲੈਟਸ ਸੇ ਰਿਫੰਡ ਪੋਲਿਸੀਜ਼ ਤੁਹਾਡੇ ਫੇਵਰ 'ਚ ਜਾਂਦੀਆਂ ਵਿਚ ਮੀਨਸ ਕਿ ਜੇ ਇਨ ਕੇਸ ਸਟੂਡੈਂਟ ਦਾ ਰਿਫਿਊਜ਼ਲ ਵੀ ਆ ਜਾਂਦਾ ਸਟੱਡੀ ਸਟਾਰਟ ਕਰਨ ਤੋਂ ਬਾਅਦ ਚਾਹੇ ਉਹ ਇੱਕ ਜਾਂ 2 ਮੰਥਸ ਦੀ ਸਟੱਡੀ ਕੰਪਲੀਟ ਕਰਦੇ ਆ ਐਂਡ ਫਿਰ ਵੀ ਰਿਫਿਊਜ਼ਲ ਆ ਜਾਂਦਾ ਤਾਂ ਤੁਹਾਨੂੰ ਜੋ ਹੈ ਰਿਫੰਡ ਮਿਲੇਗਾ ਐਂਡ 100% ਰਿਫੰਡ ਮਿਲੇਗਾ ਜਾਂ ਨਹੀਂ ਇਹ ਕਲੀਅਰ ਕਰੋ ਐਂਡ ਜੇ ਤੁਹਾਡੀਆਂ ਰਿਫੰਡ ਪੋਲਿਸੀਜ਼ ਤੁਹਾਡੇ ਫੇਵਰ 'ਚ ਆ ਦੈਨ ਯੂ ਕੈਨ ਗੋ ਫॉर ਯਰ ਸਟੱਡੀਜ਼ ਸੋ ਸੈਪਟੈਂਬਰ ਇਨਟੇਕ ਤੁਸੀਂ ਆਨਲਾਈਨ ਸਟਾਰਟ ਕਰ ਸਕਦੇ ਹੋ ਇਨ ਕੇਸ ਜੇ ਤੁਹਾਡੇ ਫੇਵਰ ਦੇ ਵਿੱਚ ਨਹੀਂ ਹੈ ਤਾਂ ਤੁਸੀਂ ਡੈਫਰਲ ਵੀ ਲੈ ਸਕਦੇ ਹੋ ਜੈਨ ਇਨਟੇਕ ਲਈ ਬਟ ਜੋ ਡੈਫਰਲਸ ਹੈ ਇਸ ਟਾਈਮ ਦੇ ਉੱਤੇ ਉਹ ਕਾਫੀ ਚੈਲੰਜਿੰਗ ਹੋ ਰਹੀਆਂ ਬਿਕੋਜ਼ ਲਿਮਿਟਿਡ ਨੰਬਰ ਆਫ ਸੀਟਸ ਕਰਕੇ ਸੋ ਇਹ ਚੀਜ਼ ਤੁਸੀਂ ਕਰ ਸਕਦੇ ਹੋ ਐਂਡ ਦ ਨੈਕਸਟ ਅਪਡੇਟ ਵਾਸ ਵਿਦ ਅ ਮੈਡੀਕਲ ਸੋ ਮੈਡੀਕਲ ਜਦੋਂ ਤੁਹਾਡਾ ਮੈਡੀਕਲ ਡਨ ਹੋ ਜਾਂਦਾ ਐਂਡ ਜੋ ਪੈਨਲ ਫਿਜ਼ੀਸ਼ੀਅਨ ਜਾਂ ਜਿਸ ਵੀ ਹਸਪੀਟਲ ਦੇ ਵਿੱਚ ਜਾ ਕੇ ਤੁਸੀਂ ਆਪਣਾ ਮੈਡੀਕਲ ਕਰਵਾਉਣੇ ਹੋ ਜਦੋਂ ਉਹ ਮੈਡੀਕਲ ਸੈਂਡ ਕਰ ਦਿੰਦੇ ਆ IRCC ਨੂੰ ਸੋ ਇਟ ਟੇਕਸ 10 ਡੇਜ਼ ਫॉर them ਐਟ ਲੀਸਟ ਜਦੋਂ ਉਹ ਮੈਡੀਕਲ ਤੁਹਾਡਾ ਅਪਡੇਟ ਹੋ ਚੁੱਕਿਆ ਹੁੰਦਾ ਸੋ ਘੱਟੋ ਘੱਟ 10 ਦਿਨ ਲੱਗਦੇ ਆ ਜਦੋਂ ਤੁਹਾਡਾ ਮੈਡੀਕਲ ਇੱਥੋਂ IRCC ਨੂੰ ਸਬਮਿਟ ਕਰ ਦਿੱਤਾ ਜਾਂਦਾ ਐਂਡ ਫਿਰ ਜੋ IRCC ਦੇ ਮੈਂਬਰਸ ਆ ਜੋ ਮੈਡੀਕਲ ਮੈਂਬਰਸ ਆ ਉਹਨਾਂ ਦੇ ਉਹ ਸਾਡੀ ਸਾਰੀਆਂ ਮੈਡੀਕਲ ਰਿਪੋਰਟਸ ਰਿਵਿਊ ਕਰਦੇ ਆ ਐਂਡ ਉਸ ਦੇ ਬਿਹਾਫ 'ਤੇ ਫਿਰ ਉਹ ਫਰਦਰ ਪ੍ਰੋਸੀਡ ਕਰਦੇ ਆ ਹੁਣ ਕਈ ਵਾਰ ਕੀ ਹੁੰਦਾ ਕਿ ਕੋਈ ਇਸ਼ੂਜ਼ ਆ ਜਾਂਦੇ ਆ ਜਾਂ ਉਹਨਾਂ ਨੂੰ ਲੱਗਦਾ ਜੇ ਕੋਈ ਡਾਊਟਸ ਲੱਗਦੇ ਆ ਤਾਂ ਫਿਰ ਉਹ ਤੁਹਾਨੂੰ ਰੀਟੈਸਟ ਲਈ ਦੁਬਾਰਾ ਕਹਿ ਦਿੰਦੇ ਆ ਬਟ ਇਨ ਕੇਸ ਜੇ ਉਹ ਰੀਟੈਸਟ ਲਈ ਕਹਿ ਰਹੇ ਆ ਤਾਂ ਉਹ 'ਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਦੇ ਜਸਟ ਵਾਂਟ ਟੂ ਕਲੀਅਰ ਦ ਡਾਊਟਸ ਤਾਂ ਕਿ ਜਦੋਂ ਤੁਸੀਂ ਕੈਨੇਡਾ ਪਹੁੰਚੋ ਤਾਂ ਤੁਹਾਡੇ ਲਈ ਵੀ ਐਂਡ ਹੋਰ ਜੋ ਵੀ ਜਿਨ੍ਹਾਂ ਦੇ ਵੀ ਤੁਸੀਂ ਕੰਟੈਕਟ ਚਾਹੋਗੇ ਉਹਨਾਂ ਲਈ ਉਹ ਸੇਫ ਇਨਵਾਇਰਮੈਂਟ ਹੋਵੇ ਉਸ ਤੋਂ ਬਾਅਦ ਜੇ ਤੁਹਾਡਾ ਵੀਜ਼ਾ ਡੀਐਕਟੀਵੇਟ ਹੋ ਜਾਂਦਾ ਐਂਡ ਯੂਜਲੀ ਇਹ ਇਸ ਲਈ ਹੋ ਰਿਹਾ ਕਿਉਂਕਿ ਮੈਡੀਕਲ ਤੁਹਾਡੇ ਐਕਸਪਾਇਰ ਹੋ ਜਾਂਦੇ ਆ ਸੋ ਉਸ ਤੋਂ ਬਾਅਦ ਜੇ ਤੁਹਾਡਾ ਵੀਜ਼ਾ ਡੀਐਕਟੀਵੇਟ ਹੋ ਜਾਂਦਾ ਤਾਂ ਕਹਿੰਦੇ ਵੇਟ ਐਟ ਲੀਸਟ 4 ਵੀਕਸ ਬਿਫੋਰ ਇਟ ਇਜ਼ ਰੀਐਕਟੀਵੇਟਿਡ ਐਂਡ ਕਿਉਂਕਿ ਤੁਹਾਨੂੰ ਤੁਹਾਡੀ ਫਾਈਲ ਜੋ ਹੁੰਦੀ ਉਹ ਲੈਟਸ ਸੇ ਤੁਹਾਡਾ ਵੀਜ਼ਾ ਅਪਰੂਵ ਹੋ ਗਿਆ ਬਟ ਤੁਹਾਡਾ ਮੈਡੀਕਲ ਐਕਸਪਾਇਰ ਹੋ ਚੁੱਕਿਆ
ਸੋ ਟੈਕਨੀਕਲੀ ਦੇਖਿਆ ਜਾਵੇ ਤਾਂ IRCC ਨੇ ਤੁਹਾਡੀ ਫਾਈਲ ਕਲੋਜ਼ ਕਰ ਦਿੱਤੀ ਆ। ਸੋ ਦੈਟਸ ਵਾਈ ਤੁਹਾਨੂੰ ਕੋਈ ਸਪੈਸ਼ਲ ਅਪਡੇਟ ਨਹੀਂ ਆਉਂਦੀ ਕਿ ਓਕੇ ਤੁਹਾਡਾ ਵੀਜ਼ਾ ਡੀਐਕਟੀਵੇਟ ਹੋ ਗਿਆ ਜਾਂ ਫਿਰ ਰੀਐਕਟੀਵੇਟ ਹੋ ਚੁੱਕਿਆ। ਸੋ ਉਸ ਦੇ ਲਈ ਤੁਹਾਨੂੰ ਐਟਲੀਸਟ 4 ਵੀਕਸ ਵੇਟ ਕਰਨਾ ਚਾਹੀਦਾ। ਜਦੋਂ ਤੁਹਾਡਾ ਮੈਡੀਕਲ ਅਪਡੇਟ ਹੋ ਗਿਆ ਵੇਟ ਫॉर 4 ਵੀਕਸ ਐਂਡ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਰੀਐਕਟੀਵੇਟ ਹੁੰਦਾ। ਐਂਡ ਨੈਕਸਟ ਇੰਪੋਰਟੈਂਟ ਥਿੰਗ ਇਜ਼ ਐਂਟਰੀ ਡਿਨਾਇਲਸ। ਸੋ ਕਾਫੀ ਸਟੂਡੈਂਟਸ ਜਦੋਂ ਕੈਨੇਡਾ ਦੇ ਬਾਰਡਰ 'ਤੇ ਪਹੁੰਚਦੇ ਆ ਉਸ ਟਾਈਮ ਦੇ ਉੱਪਰ ਐਂਟਰੀ ਡਿਨਾਈ ਹੋ ਜਾਂਦੀ, ਉਹਨਾਂ ਨੂੰ ਐਂਟਰੀ ਨਹੀਂ ਕਰਨ ਦਿੱਤੀ ਜਾਂਦੀ। ਐਂਡ ਵਾਟ ਇਜ਼ ਦ ਰੀਜ਼ਨ ਬਿਹਾਈਂਡ, ਕੀ ਉਹਨਾਂ ਨੂੰ ਚੈਲੰਜਸ ਆਉਂਦੇ ਆ। ਸੋ ਜੋ CBSA ਹੈ, ਕੈਨੇਡਾ ਬੋਡੀ ਸਿਕਿਉਰਿਟੀ ਏਜੰਸੀ, ਉਹਨਾਂ ਦੇ ਖੁਦ ਦਾ ਇਹ ਕਹਿਣਾ ਕਿ ਡਾਕੂਮੈਂਟਸ ਨਹੀਂ ਹੁੰਦੇ ਸਟੂਡੈਂਟਸ ਕੋਲ ਪ੍ਰੋਪਰ, ਜਾਂ ਸਟੂਡੈਂਟਸ ਕੋਲ ਪ੍ਰੋਪਰ ਡਾਕੂਮੈਂਟਸ ਦੇ ਨੇਮ ਨਹੀਂ ਉਹਨਾਂ ਨੂੰ ਪਤਾ ਹੁੰਦੇ ਕਿ ਇਸ ਡਾਕੂਮੈਂਟ ਨੂੰ ਕੀ ਕਿਹਾ ਜਾਂਦਾ ਆਫੀਸ਼ੀਅਲੀ, ਜਾਂ ਆਫਿਸਰ ਕੀ ਡਾਕੂਮੈਂਟ ਦੇ ਨਾਂ ਤੋਂ ਬੁਲਾਉਂਦੇ ਆ। ਸੋ ਲੈਟਸ ਸੇ ਟੇਕ ਐਨ ਐਗਜ਼ਾਮਪਲ ਆਫ ਆਫਰ ਲੈਟਰ, ਜਾਂ ਇਹਨੂੰ LOA ਵੀ ਕਹਿ ਦਿੰਦੇ ਆ ਜਾਂ ਲੈਟਰ ਆਫ ਐਕਸੈਪਟੈਂਸ ਵੀ ਕਹਿ ਦਿੰਦੇ ਆ। ਸੋ ਸਟੂਡੈਂਟਸ ਕਈ ਵਾਰੀ ਪੈਨਿਕ ਹੋ ਜਾਂਦੇ, ਕਈ ਵਾਰ ਡਾਕੂਮੈਂਟਸ ਉਹਨਾਂ ਕੋਲ ਅਵੇਲੇਬਲ ਹੁੰਦੇ ਆ ਬਟ ਵੀ ਉਹ ਪੈਨਿਕ ਹੋ ਕੇ ਡਾਕੂਮੈਂਟਸ ਪ੍ਰੋਵਾਈਡ ਨਹੀਂ ਕਰ ਪਾਉਂਦੇ। ਐਂਡ ਜੇ ਤੁਸੀਂ ਕੋਈ ਵੀ ਜੋ ਡਾਕੂਮੈਂਟ ਰਿਕੁਐਸਟ ਕਰਦੇ ਆ ਤੁਹਾਡੇ ਤੋਂ ਤੁਸੀਂ ਨਹੀਂ ਪ੍ਰੋਵਾਈਡ ਕਰਦੇ ਤਾਂ ਓਬਵੀਅਸਲੀ ਦੇ ਹੈਵ ਦਾ ਅਥੋਰਿਟੀ ਕਿ ਉਹ ਤੁਹਾਨੂੰ ਡਿਨਾਈ ਕਰ ਸਕਦੇ ਆ ਤੁਹਾਡੀ ਐਂਟਰੀ ਪੋਰਟ ਆਫ ਐਂਟਰੀ 'ਤੇ ਜਦੋਂ ਤੁਸੀਂ ਕੈਨੇਡਾ ਲੈਂਡ ਕਰਦੇ ਹੋ। ਸੋ ਉਹਦੇ ਵਿੱਚ ਕਾਫੀ ਡਾਕੂਮੈਂਟਸ ਆ ਜਾਂਦੇ ਆ, ਤੁਹਾਡੀਆਂ ਆਫਰ ਲੈਟਰਸ ਆ ਜਾਂਦੀਆਂ ਜਾਂ ਫਿਰ ਲੈਟਰ ਆਫ ਐਕਸੈਪਟੈਂਸ ਮੰਗ ਸਕਦੇ ਆ, ਤੁਹਾਡੀ ਜੋ ਹੈ ਪੇ ਸਲਿਪਸ ਮੰਗ ਸਕਦੇ ਆ, ਜੋ ਤੁਸੀਂ ਟਿਊਸ਼ਨ ਪੇਮੈਂਟਸ ਕੀਤੀਆਂ ਉਹਦੀਆਂ ਰਿਸੀਟਸ ਮੰਗ ਸਕਦੇ ਆ, ਤੁਹਾਡੀ ਆਲਸ TRF ਮੰਗ ਸਕਦੇ ਆ ਉਹ। ਜੇ ਤੁਹਾਡੇ ਕੋਲ ਇਹ ਸਾਰੇ ਡਾਕੂਮੈਂਟਸ ਜਾਂ ਹੋਰ ਵੀ ਜ਼ਿਆਦਾ ਲਿਸਟ ਹੁੰਦੀ ਹੈ ਐਕਚੁਅਲ ਦੇ ਵਿੱਚ ਡਾਕੂਮੈਂਟਸ ਦੀ, ਐਂਡ ਅਸੀਂ ਕੁਛ ਟਾਈਮ ਪਹਿਲਾਂ ਆਪਣੇ ਪੇਜ 'ਤੇ ਸ਼ੇਅਰ ਵੀ ਕੀਤੀ ਸੀ ਡਾਕੂਮੈਂਟ ਚੈੱਕਲਿਸਟ ਜੋ ਤੁਹਾਨੂੰ ਚਾਹੀਦੀ ਆ। ਸੋ ਤੁਹਾਡੇ ਐਜੂਕੇਸ਼ਨਲ ਡਾਕੂਮੈਂਟਸ ਦੇ ਵਿੱਚੋਂ ਕੁਛ ਵੀ ਮੰਗ ਸਕਦੇ ਆ ਉਹ। ਐਂਡ ਜੇ ਤੁਹਾਡੇ ਕੋਲ ਇਹਨਾਂ ਵਿੱਚੋਂ ਕੋਈ ਵੀ ਡਾਕੂਮੈਂਟਸ ਦੀ ਹਾਰਡ ਕਾਪੀ ਨਹੀਂ ਤਾਂ ਦੈਟਸ ਫਾਈਨ, ਤੁਹਾਡੇ ਕੋਲ ਐਟਲੀਸਟ ਸੌਫਟ ਕਾਪੀ ਅਵੇਲੇਬਲ ਹੋਵੇ। ਐਂਡ ਜੇ ਤੁਸੀਂ ਕੁਛ ਵੀ ਨਹੀਂ ਅਵੇਲੇਬਲ ਕਰਾ ਸਕਦੇ, ਤੁਸੀਂ ਕਹਿੰਦੇ ਹੋ ਕਿ ਆਈ ਡੋਂਟ ਨੋ ਜਾਂ ਮੈਨੂੰ ਪਤਾ ਹੀ ਨਹੀਂ ਇਸ ਡਾਕੂਮੈਂਟ ਬਾਰੇ ਜਾਂ ਮੈਨੂੰ ਕਿਤੇ ਇਹ ਡਾਕੂਮੈਂਟ ਮਿਲਿਆ ਹੀ ਨਹੀਂ, ਸੋ ਓਬਵੀਅਸ ਆ ਕਿ ਫਿਰ ਉਹ ਤੁਹਾਡੀ ਐਂਟਰੀ ਦੇ ਵਿੱਚ ਕਾਫੀ ਚੈਲੰਜਸ ਜਨਰੇਟ ਕਰ ਦਿੰਦੇ ਆ। ਓਕੇ, ਸੋ ਨੈਕਸਟ ਵੀ ਮੂਵ ਫੋਰਵਰਡ ਕਿ ਵੀਜ਼ਾ ਰਿਜੈਕਸ਼ਨਸ ਵਿਦ ਸਟੂਡੈਂਟਸ ਜਿਨ੍ਹਾਂ ਦੇ ਹਾਇਰ ਆਲ ਸਕੋਰ ਆ। ਸੋ ਲੈਟਸ ਸੇ ਸਟੂਡੈਂਟਸ ਦੇ ਓਵਰਆਲ 7 ਬੈਂਡਸ ਆ, ਓਵਰਆਲ 7.5 ਬੈਂਡਸ ਆ, ਐਂਡ ਉਹਨਾਂ ਦੇ ਵੀ ਵੀਜ਼ਾ ਰਿਜੈਕਸ਼ਨਸ ਆ ਰਹੇ ਆ। ਐਂਡ ਵਾਟ ਇਜ਼ ਦ ਰੀਜ਼ਨ ਬਿਹਾਈਂਡ ਇਟ। ਸੋ ਇਹ ਗੱਲ ਦਾ ਵੀ ਉਹਨਾਂ ਨੇ ਬੜੀ ਡੀਟੇਲ ਐਂਡ ਕਲੈਰਿਟੀ ਦੇ ਵਿੱਚ ਆਨਸਰ ਕੀਤਾ ਕਿ ਜਦੋਂ IRCC ਤੁਹਾਡੀ ਫਾਈਲ ਨੂੰ ਰਿਵਿਊ ਕਰਦੇ ਆ, ਸੋ ਦੇ ਜਸਟ ਡੋਂਟ ਲੁੱਕ ਇਨਟੂ ਓਵਰਆਲ ਬੈਂਡ ਸਕੋਰ, ਬੇਸਿਕਲੀ ਉਹ ਤੁਹਾਡੇ ਇੰਡੀਵਿਜੂਅਲ ਬੈਂਡ ਸਕੋਰ ਨੂੰ ਚੈੱਕ ਕਰ ਰਹੇ ਹੁੰਦੇ ਆ। ਸੋ ਲੈਟਸ ਸੇ ਜੇ ਤੁਸੀਂ SDS ਕੈਟੇਗਰੀ ਨੂੰ ਮੀਟ ਕਰ ਰਹੇ ਹੋ, ਤੁਹਾਡੇ 6 ਈਚ ਮੋਡਿਊਲ ਦੇ ਵਿੱਚੋਂ ਹੈਗੇ ਆ, ਤਾਂ ਦੇ ਸੇ ਵੀ ਨੈਵਰ ਰਿਫਿਊਜ਼ ਦੈਟ ਵੀਜ਼ਾ, ਸਿਰਫ ਆਲਸ ਬੇਸ ਦੇ ਉੱਪਰ। ਸੋ ਚੈੱਕ ਕਰੋ ਕਿ ਹੋਰ ਰੀਜ਼ਨਸ ਹੁੰਦੇ ਆ। ਸੋ ਕਈ ਵਾਰੀ ਆਪਾਂ ਅਸਿਊਮ ਕਰ ਲੈਂਦੇ ਕਿਉਂਕਿ ਆਲਸ ਲੋ ਸੀ, ਬਟ ਜੇ ਤੁਹਾਡੇ 6 ਈਚ ਹੈਗੇ ਆ, ਸੋ ਆਲਸ ਵੋਂਟ ਬੀ ਦ ਰੀਜ਼ਨ ਫॉर ਰਿਫਿਊਜ਼ਲ, ਬਟ ਕੋਈ ਹੋਰ ਫੈਕਟਰਸ ਹੋਣਗੇ ਜਿਹਦੇ ਕਰਕੇ ਉਹ ਰਿਫਿਊਜ਼ ਕਰ ਰਿਹਾ ਤੁਹਾਡੀ ਸਟੱਡੀ ਐਪਲੀਕੇਸ਼ਨ ਨੂੰ। ਐਂਡ ਜੋ 6 ਈਚ ਆ ਉਸ ਨੂੰ ਉਹ ਬਹੁਤ ਮੋਡਰੇਟ ਸਕੋਰ ਮੰਨਦੇ ਆ, ਵੀ ਇੱਕ ਬੈਲੈਂਸਡ ਸਕੋਰ ਮੰਨਦੇ ਆ, ਨਾ ਬਹੁਤ ਹਾਈ ਮੰਨਦੇ ਆ ਨਾ ਬਹੁਤ ਲੋ ਮੰਨਦੇ ਆ, ਇੱਕ ਬੈਲੈਂਸ ਸਕੋਰ ਮੰਨਦੇ ਆ। ਸੋ ਜੋ ਸਟੂਡੈਂਟਸ ਦੇ ਲੈਟਸ ਸੇ ਓਵਰਆਲ 7 ਬੈਂਡਸ ਆ ਬਟ ਉਹਨਾਂ ਦੇ ਇੱਕ ਮੋਡਿਊਲ ਦੇ ਵਿੱਚੋਂ 5.5 ਆ। ਸੋ ਜਦੋਂ ਇਮੀਗ੍ਰੇਸ਼ਨ ਆਫਿਸਰ ਤੁਹਾਡੀ ਫਾਈਲ ਨੂੰ ਰਿਵਿਊ ਕਰਦੇ ਆ ਤਾਂ ਉਹਦੇ ਵਿੱਚੋਂ ਦੇ ਚੈੱਕ ਕਿ ਤੁਹਾਡੇ ਇੰਡੀਵਿਜੂਅਲ ਸਕੋਰਸ ਕਿੰਨੇ ਆ ਹਰ ਇੱਕ ਮੋਡਿਊਲ ਦੇ ਵਿੱਚੋਂ। ਐਂਡ ਜੇ ਲੈਟਸ ਸੇ ਡਜ਼ਨਟ ਮੈਟਰ ਤੁਹਾਡੇ ਸਾਰੇ ਮੋਡਿਊਲਸ ਦੇ ਵਿੱਚੋਂ 7 ਬੈਂਡਸ ਆਏ ਹੋਏ ਆ ਜਾਂ ਅਬਵ ਆਏ ਹੋਏ ਆ, ਬਟ ਇੱਕ ਮੋਡਿਊਲ ਚੋਂ ਇਟਸ ਲੈਸ ਦੈਨ 6, then obviously ALS could be one of the reasons ਜਿਹਦੇ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ। ਐਂਡ ਇਸ ਟਾਈਮ ਵੀ ਉਹ ਕਹਿੰਦੇ ਮੇਨ ਰੀਜ਼ਨ ਇਹੀ ਹੈ ਕਿ ਜਿਨ੍ਹਾਂ ਦੇ ਬੈਂਡ ਸਕੋਰ ਬਿਲੋ 6 ਆ ਇੱਕ ਮੋਡਿਊਲ ਚੋਂ, that is becoming one of the reasons ਕਿ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਰਿਹਾ even being a high overall score। ਐਂਡ ਉਸ ਤੋਂ ਬਾਅਦ one of the most important update is a Quebec update। ਸੋ ਕੁਐਸਚਨ ਇਹ ਸੀਗਾ ਕਿ Quebec ਦੇ ਜੋ ਰਿਜ਼ਲਟਸ ਆ ਇੰਨਾ ਟਾਈਮ ਕਿਉਂ ਲੈ ਰਹੇ ਆ, ਇੰਨਾ ਡਿਲੇ ਕਿਉਂ ਹੋ ਰਿਹਾ ਰਿਜ਼ਲਟਸ ਦੇ ਵਿੱਚ। ਐਂਡ ਫਸਟ ਆਫ ਆਲ ਤਾਂ ਜਾਣਦੇ ਆ ਕਿ ਜੋ Quebec ਆ ਆਫਟਰ Ontario, Quebec ਦੇ ਵਿੱਚ ਸਭ ਤੋਂ ਜ਼ਿਆਦਾ ਸਟੂਡੈਂਟ ਜਾਂਦਾ ਕੈਨੇਡਾ ਦੇ ਵਿੱਚ ਇੰਡੀਆ ਤੋਂ। ਐਂਡ ਉਸ ਤੋਂ ਬਾਅਦ ਜੋ ਡਿਲੇਸ ਹੋ ਰਹੀ ਆ ਓਬਵੀਅਸ ਜੀ ਗੱਲ ਹੈ ਕਿ ਪਹਿਲਾਂ ਜੋ ਸੀ ਜੋ ਕਾਲਜਿਸ ਇਹਨਾਂ ਨੇ ਸ਼ਾਰਟ ਲਿਸਟ ਕੀਤੇ ਸੀ, ਬਲੈਕ ਲਿਸਟ ਕੀਤੇ ਸੀ, ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਐਂਡ ਆਲ ਦਾ ਸਟੱਫ ਚੱਲ ਰਿਹਾ ਸੀਗਾ। ਸੋ ਉਸ ਤੋਂ ਬਾਅਦ ਜਦੋਂ ਬੈਨ ਲਿਫਟ ਕਰ ਦਿੱਤਾ ਸੀਗਾ, ਸਟਿਲ ਬਹੁਤ ਟਾਈਮ ਲੱਗ ਰਿਹਾ ਜੋ ਐਪਲੀਕੇਸ਼ਨਸ ਆ ਉਹਨਾਂ ਨੂੰ ਅਪਰੂਵ ਕਰਨ 'ਤੇ ਐਂਡ ਜਾਂ ਉਹਨਾਂ ਦੇ ਆਊਟਕਮਸ ਦੇਣ 'ਤੇ। ਸੋ ਮੇਨ ਰੀਜ਼ਨ ਉਹਨਾਂ ਨੇ ਕੁਛ ਫੈਕਟਰਸ ਦੱਸੇ ਉਹਦੇ ਪਿੱਛੇ। ਸੋ
ਕੁਬੈਕ ਦੇ ਸਟੂਡੈਂਟਸ ਨੂੰ ਇੱਕ ਯਾਦ ਹੋਣਾ ਕਿ ਕੁਝ ਟਾਈਮ ਪਹਿਲਾਂ IRCC ਨੇ ਅਪਡੇਟਸ ਮੰਗੀਆਂ ਸੀ ਰਿਗਾਰਡਿੰਗ ਦੇਅਰ ਸਟੱਡੀ ਪਲਾਨ ਕੀ ਆ, ਉਹਨਾਂ ਦੇ ਫਾਈਨੈਂਸ਼ੀਅਲ ਜੋ ਸਟੇਟਸਿਸ ਉਹ ਕੀ ਆ, ਲਾਸਟ 6 ਮੰਥਸ ਦੀਆਂ ਸਟੇਟਮੈਂਟਸ ਮੰਗੀਆਂ ਸੀ ਐਂਡ ਆਲ ਦੈਟ ਸਟਫ। ਉਹ ਕਹਿੰਦੇ ਕਿਉਂਕਿ ਜੋ ਸਟੂਡੈਂਟਸ ਕੁਬੈਕ ਦੇ ਵਿੱਚ ਆ ਰਹੇ ਆ ਐਂਡ ਇਹਨਾਂ ਨੇ ਜੋ ਫਾਈਂਡ ਆਊਟ ਕੀਤਾ ਇਹ ਚੀਜ਼ ਦੇ ਵਿੱਚ ਕਿ ਬੋਨਾਫਾਈਡ ਸਟੂਡੈਂਟਸ ਨਹੀਂ ਆ ਰਹੇ। ਬੋਨਾਫਾਈਡ ਦਾ ਮਤਲਬ ਇਹ ਆ ਕਿ ਜੋ ਸਟੂਡੈਂਟਸ ਉਹ ਕਹਿ ਤਾਂ ਰਹੇ ਅਸੀਂ ਸਟੂਡੈਂਟਸ ਆ, ਬਟ ਉਹ ਇੰਟੈਂਟ ਉਹਨਾਂ ਦਾ ਸਟੱਡੀ ਨਹੀਂ ਹੈਗਾ ਬੇਸਿਕਲੀ। ਉਹਦੇ ਪਿੱਛੇ ਕੁਝ ਫੈਕਟਰਸ ਆ, ਰੀਜ਼ਨਸ ਆ, ਕਿਉਂਕਿ ਇੱਕ ਤਾਂ ਇਹ ਕਿ ਜੋ ਉਹਨਾਂ ਦੀ ਫੀਸ ਹੁੰਦੀ ਆ ਓਬਵੀਅਸ ਜੋ ਸੈਕੰਡ ਈਅਰ ਦੀ ਸਪੈਸ਼ਲੀ ਫੀਸ ਹੁੰਦੀ ਆ ਟੋਟਲੀ ਕੈਨੇਡਾ ਦੇ ਵਰਕ ਦੇ ਉੱਤੇ ਰਿਲਾਈ ਕਰ ਰਹੇ ਆ ਕਿ ਕੈਨੇਡਾ ਤੋਂ ਅਸੀਂ ਅਰਨ ਕਰਾਂਗੇ ਫੀਸ। ਉਹਨਾਂ ਕੋਲ ਸਟਰੋਂਗ ਫਾਈਨੈਂਸ਼ੀਅਲ ਸਟੇਬਿਲਿਟੀ ਨਹੀਂ ਹੁੰਦੀ। ਐਂਡ ਅਗੇਨ ਉਸ ਤੋਂ ਬਾਅਦ ਆਲਸ ਜਾਂ ਟੋਫਲ ਦੇ ਜੋ ਰਿਜ਼ਲਟਸ ਆ ਉਹ ਜੈਨੂਅਨ ਨਹੀਂ ਹੈਗੇ। ਸੋ ਬਹੁਤ ਕੇਸਿਸ ਦੇ ਵਿੱਚ ਉਹਨਾਂ ਨੂੰ ਇਹ ਫਾਈਂਡ ਆਊਟਸ ਮਿਲ ਰਹੀਆਂ ਕਿ ਓਕੇ ਰਿਜ਼ਲਟਸ ਜੈਨੂਅਨ ਨਹੀਂ ਹੈਗੇ। ਸਟੂਡੈਂਟ ਜੋ ਆਲਸ ਜਿਸ ਟਾਈਪ ਦਾ ਉਹਨਾਂ ਦਾ ਸਕੋਰਸ ਹੁੰਦੇ ਆ ਜਾਂ ਫਿਰ ਜੋ ਟੋਫਲ ਦੇ ਜਾਂ PT ਦੇ ਸਕੋਰਸ ਹੁੰਦੇ ਆ ਉਸ ਲੈਵਲ ਦੇ ਉਹਨਾਂ ਦੀ ਇੰਗਲਿਸ਼ ਦੇ ਉੱਪਰ ਗ੍ਰੈਬ ਜਾਂ ਹੋਲਡ ਨਹੀਂ ਹੁੰਦਾ ਐਂਡ ਜਿਹਦੇ ਕਰਕੇ ਇੱਕ ਜੈਨੂਅਨਨੈਸ ਦਾ ਕੁਐਸਚਨ ਅਰਾਈਜ਼ ਹੋ ਜਾਂਦਾ। ਐਂਡ ਉਹ ਕਹਿੰਦੇ ਵੀ ਅਸੀਂ not for every single case ਬਸ ਅਸੀਂ ਰੈਂਡਮਲੀ ਚੈੱਕ ਕਰ ਰਹੇ ਹਾਂ ਕਿ ਕਿੰਨਾ ਦੇ ਆਲਸ ਜਾਂ ਫਿਰ ਜੋ ਵੀ ਇੰਗਲਿਸ਼ ਲੈਂਗੁਏਜ ਟੈਸਟ ਤੁਸੀਂ ਦਿੱਤੇ ਹੋ ਜੈਨੂਅਨ ਹੈ ਜਾਂ ਨਹੀਂ। ਐਂਡ ਉਹ ਚੀਜ਼ਾਂ ਕਰਕੇ ਵੀ ਸਾਨੂੰ ਟਾਈਮ ਲੱਗ ਰਿਹਾ ਹੈਗਾ ਕਾਫੀ ਜ਼ਿਆਦਾ। ਸੋ ਸਟੂਡੈਂਟਸ ਬੇਸਿਕਲੀ ਇਹ ਸਾਰੀਆਂ ਚੀਜ਼ਾਂ ਜੋ ਹੈ ਇਹ ਰੈੱਡ ਫਲੈਗਸ ਰੇਜ਼ ਕਰ ਦਿੰਦੀਆਂ। ਐਂਡ ਓਬਵੀਅਸ ਜੀ ਗੱਲ ਆ ਜਦੋਂ ਫਿਰ ਇਮੀਗ੍ਰੇਸ਼ਨ ਜ਼ਿਆਦਾ ਡਿਟੇਲਸ ਦੇ ਵਿੱਚ ਡਾਕੂਮੈਂਟਸ ਚੈੱਕ ਕਰਦੇ ਆ ਤਾਂ ਓਬਵੀਅਸ ਜੀ ਗੱਲ ਆ ਉਸ ਟਾਈਮ ਨੂੰ 2 to 3 ਟਾਈਮਸ ਲੱਗ ਜਾਂਦਾ। ਵੀ ਸਟਿਲ ਅੰਡਰਸਟੈਂਡ ਕਿ ਜੋ ਟਾਈਮਲਾਈਨਸ ਉਹ ਬਹੁਤ ਜ਼ਿਆਦਾ ਐਕਸੀਡ ਹੋ ਚੁੱਕੀਆਂ ਐਂਡ ਕਈ ਸਟੂਡੈਂਟਸ ਨੂੰ ਮੋਰ ਦੈਨ ਈਅਰ ਹੋ ਚੁੱਕਿਆ ਫਾਈਲਸ ਸਬਮਿਟ ਕੀਤੀਆਂ ਨੂੰ। ਸੋ ਦੈਟ ਇਜ਼ ਨਾਟ ਰੀਅਲੀ ਫੇਅਰ ਕਿ ਇੰਨਾ ਟਾਈਮ ਵੇਟ ਕਰਦਿਆਂ ਨੂੰ ਹੋ ਗਿਆ, ਸਾਰੇ ਡਾਕੂਮੈਂਟਸ ਸਬਮਿਟ ਕਰ ਚੁੱਕੇ ਆ, ਦੁਬਾਰਾ ਵੀ ਕਰ ਚੁੱਕੇ ਆ ਐਂਡ ਉਸ ਤੋਂ ਬਾਅਦ ਸਟੱਡੀਜ਼ ਵੀ ਆਨਲਾਈਨ ਚੱਲ ਰਹੀਆਂ। ਸੋ ਉਸ ਸਟੂਡੈਂਟਸ ਲਈ ਵੀ ਇੱਕ ਸਟ੍ਰੈਸ ਫੈਕਟਰ ਬਣ ਜਾਂਦਾ ਐਂਡ ਇਮੀਗ੍ਰੇਸ਼ਨ ਨੂੰ ਅੰਡਰਸਟੈਂਡ ਕਰਨਾ ਚਾਹੀਦਾ। ਬਟ ਦ ਥਿੰਗ ਇਜ਼ ਕਿ ਜੋ ਇਮੀਗ੍ਰੇਸ਼ਨ ਦੇ ਪ੍ਰੋਸੀਜਰਸ ਆ ਉਹਨਾਂ ਤੋਂ ਕਿਤੇ ਵੀ ਡਿਫਲੈਕਟ ਨਹੀਂ ਕਰਦੇ, ਉਹਨਾਂ ਨੇ ਉਸ ਪ੍ਰੋਸੀਜਰਸ ਨੂੰ ਫੋਲੋ ਥਰੂ ਹੀ ਕਰਨਾ। ਐਂਡ ਉਹ ਕਹਿੰਦੇ ਵੀ ਅਸੀਂ ਅੰਡਰਸਟੈਂਡ ਵੀ ਕਰ ਰਹੇ ਹਾਂ ਜੋ ਟਾਈਮਲਾਈਨਸ ਲੱਗ ਰਹੀਆਂ, ਜ਼ਿਆਦਾ ਟਾਈਮ ਹੋ ਚੁੱਕਿਆ ਸਟੂਡੈਂਟਸ ਨੂੰ, ਬਟ ਕਿਸੇ ਵੀ ਚੀਜ਼ ਨੂੰ ਅਸੀਂ ਸਕਿਪ ਨਹੀਂ ਕਰ ਸਕਦੇ ਜੋ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਦੇ ਅੰਡਰ ਆ। ਸੋ ਦੇ ਹੈਵ ਟੂ ਫੋਲੋ ਥਰੂ ਆਲ ਦ ਸਟੈਪਸ ਟੂ ਮੇਕ ਸ਼ੋਰ ਕਿ ਜਿਹੜੇ ਜੈਨੂਅਨ ਸਟੂਡੈਂਟਸ ਆ ਉਹਨਾਂ ਨੂੰ ਹੀ ਵੀਜ਼ਾ ਦੇਣ। ਸੋ ਦੈਟ ਵਾਜ਼ ਵਨ ਆਫ ਦ ਮੇਨ ਰੀਜ਼ਨਸ। ਐਂਡ ਆਉਣ ਵਾਲੇ ਟਾਈਮ ਦੇ ਵਿੱਚ ਵੀ ਈਵਨ ਵਿਲ ਮੇਕ ਅ ਵਨ ਡੀਟੇਲ ਵੀਡੀਓ ਕਿ ਕੁਬੈਕ ਦੇ ਸਟੂਡੈਂਟਸ ਆ ਜਾਂ ਹੋਰ ਸਟੂਡੈਂਟਸ ਉਹਨਾਂ ਨੂੰ ਕੀ ਪ੍ਰੈਪਰੇਸ਼ਨਸ ਕਰਨੀਆਂ ਚਾਹੀਦੀਆਂ ਤਾਂ ਕਿ ਉਹ ਇਸ ਤਰ੍ਹਾਂ ਦੀਆਂ ਜੋ ਚੈਲੰਜਸ ਆ ਉਹਦੇ ਤੋਂ ਬਚ ਸਕਣ। And the next was with the direct flight suspension. So ਇਸ ਟਾਈਮ ਜੋ direct flights ਉਹਨਾਂ ਦੀ suspensions ਆ ਉਹ 21 September ਤੱਕ ਲੱਗੀਆਂ ਹੋਈਆਂ। And IRCC totally says that ਕਿ ਉਹਨਾਂ ਦਾ ਇਸ ਦੇ ਵਿੱਚ ਕੋਈ ਕੰਟਰੋਲ ਨਹੀਂ। It's Transport Canada ਜੋ ਅਪਡੇਟਸ ਦਿੰਦੇ ਆ ਕਿ ਓਕੇ ਜੋ ਸਸਪੈਂਸ਼ਨਸ ਆ ਕਦੋਂ ਤੱਕ ਐਕਸੀਡ ਕਰਨਗੇ। ਸੋ ਮੋਸਟ ਪ੍ਰੋਬਬਲੀ 21 September ਤੱਕ ਆਪਾਂ ਨੂੰ ਜ਼ਿਆਦਾ ਅਪਡੇਟਸ ਮਿਲਣਗੀਆਂ ਕਿ ਸਸਪੈਂਸ਼ਨਸ ਜੋ ਹੈ ਉਹ ਫਰਦਰ ਐਕਸੀਡ ਕਰ ਰਹੇ ਆ ਜਾਂ ਫਿਰ ਸਸਪੈਂਸ਼ਨਸ ਨੂੰ ਲਿਫਟ ਕਰ ਦਿੱਤਾ ਜਾਂਦਾ। ਐਂਡ ਲਾਸਟ ਬਟ ਨਾਟ ਦ ਲੀਸਟ ਐਪਲੀਕੇਸ਼ਨ ਡਿਲੇ। ਸੋ ਓਵਰਆਲ ਜੋ ਐਪਲੀਕੇਸ਼ਨਸ ਆ ਈਵਨ ਜੇ ਸਟੱਡੀ ਪਰਮਿਟ ਐਪਲੀਕੇਸ਼ਨ ਨੂੰ ਪ੍ਰਾਇਰਟੀ ਦਿੱਤੀ ਜਾ ਰਹੀ ਆ ਫਿਰ ਵੀ ਇੰਨਾ ਡਿਲੇ ਕਿਉਂ ਚੱਲ ਰਿਹਾ ਐਪਲੀਕੇਸ਼ਨਸ ਦੇ ਵਿੱਚ, ਇੰਨਾ ਟਾਈਮਲਾਈਨਸ ਕਿਉਂ ਲੱਗ ਰਹੀਆਂ। ਐਂਡ ਦ ਰੀਜ਼ਨ ਇਜ਼ ਕਿ ਡਿਊ ਟੂ ਦੇਅਰ ਕੈਪੈਸਿਟੀ ਜੋ ਉਹਨਾਂ ਦੀ ਕੈਪੈਸਿਟੀ ਆ, ਜੋ ਪਹਿਲਾਂ ਕੈਪੈਸਿਟੀ ਸੀ ਉਹਨਾਂ ਦੀ ਵਰਕਿੰਗ ਕੈਪੈਸਿਟੀ ਉਹਦੇ ਆਲਮੋਸਟ ਹਾਫ ਉਹਨਾਂ ਦਾ ਸਟਾਫ ਹੈਗਾ ਜਿਹੜਾ ਕੰਮ ਕਰ ਰਿਹਾ ਹੈਗਾ, ਜਿਹਦੇ ਕਰਕੇ ਉਹਨਾਂ ਨੂੰ ਓਬਵੀਅਸ ਜੀ ਗੱਲ ਆ ਕਿ ਟਾਈਮਲਾਈਨਸ ਜ਼ਿਆਦਾ ਲੱਗ ਰਹੀਆਂ ਫਾਈਲ ਪ੍ਰੋਸੈਸਿੰਗ ਲਈ। ਪਲੱਸ ਉਹਨਾਂ ਦਾ ਬੈਕਲੌਗ ਬਹੁਤ ਜ਼ਿਆਦਾ ਜੋ ਉਹਨਾਂ ਦੀਆਂ ਫਾਈਲਿੰਗਸ ਆ ਬਹੁਤ ਜ਼ਿਆਦਾ ਇਕੱਠੀਆਂ ਹੋ ਚੁੱਕੀਆਂ ਜਿਨ੍ਹਾਂ ਦੇ ਉਹਨਾਂ ਨੇ ਆਊਟਕਮਸ ਦੇਣੇ ਆ ਹਜੇ। ਐਂਡ ਸੋ ਦੋਨੋਂ ਫੈਕਟਰਸ ਕਾਫੀ ਇਫੈਕਟ ਕਰ ਰਹੇ ਆ ਜੋ ਟਾਈਮਲਾਈਨਸ ਆ ਐਪਲੀਕੇਸ਼ਨਸ ਦੀਆਂ। ਐਂਡ ਇਹਦੇ ਕਰਕੇ ਹੀ ਜ਼ਿਆਦਾ ਜੋ ਵੀਜ਼ਾਸ ਹੈਗਾ ਬਟ ਦੇ ਆਰ ਸੇਇੰਗ ਕਿ ਉਹ ਕੋਸ਼ਿਸ਼ ਕਰ ਰਹੇ ਆ ਜਿੰਨੀ ਜਲਦੀ ਹੋ ਸਕੇ ਜੋ ਵੀਜ਼ਾ ਆਊਟਕਮਸ ਆ ਉਹ ਦੇ ਸਕਣ। ਸੋ ਓਵਰਆਲ ਸਟੂਡੈਂਟਸ ਵੀ ਸਟਿਲ ਨੋ ਕਿ ਬਹੁਤ ਸਟੂਡੈਂਟਸ ਆ ਜੋ ਐਪਲੀਕੇਸ਼ਨਸ ਦੀ ਵੇਟ ਕਰ ਰਹੇ ਆ
ਐਂਡ ਕਾफ़ी ਜਿਵੇਂ ਡੀਮੋਟੀਵੇਟ ਵੀ ਹੋ ਚੁੱਕੇ ਆ, ਬਟ ਇਹਦੇ ਵਿੱਚ ਕੋਈ ਘਬਰਾਉਣ ਦੀ ਜਾਂ ਕੋਈ ਸਟ੍ਰੈਸ ਲੈਣ ਦੀ ਜ਼ਰੂਰਤ ਨਹੀਂ ਹੈ। ਵੀ ਡੂ ਅੰਡਰਸਟੈਂਡ, ਬਟ ਸਿਚੁਏਸ਼ਨਸ ਕੁਛ ਇਸ ਟਾਈਪ ਦੀਆਂ ਕਿ ਆਊਟ ਆਫ ਕੰਟਰੋਲ ਹੋ ਜਾਂਦੀਆਂ, ਸਪੈਸ਼ਲੀ ਜੋ ਕੋਵਿਡ ਸਿਚੁਏਸ਼ਨ ਸੀ, ਜੋ ਲੋਕਡਾਊਨਸ ਲੱਗੇ ਉਹਦੇ ਕਰਕੇ ਸਿਚੁਏਸ਼ਨਸ ਆਊਟ ਆਫ ਕੰਟਰੋਲ ਹੋ ਗਈਆਂ। ਸੋ ਵੀ ਹੈਵ ਟੂ ਗੋ ਵਿਦ ਦ ਫਲੋ। ਐਂਡ ਬਾਕੀ ਜੇ ਤੁਹਾਡੀਆਂ ਕੋਈ ਵੀ ਡਿਟੇਲਸ ਆ, ਈਵਨ ਕਿ ਜੇ ਤੁਸੀਂ ਫਾਈਲ ਸਬਮਿਟ ਕਰ ਚੁੱਕੇ ਹੋ ਦੈਟਸ ਫਾਈਨ। ਜੇ ਤੁਸੀਂ ਕੋਈ ਵੀ ਕੁਐਰੀਜ਼ ਡਿਸਕਸ ਕਰਨੀਆਂ, ਕੋਈ ਕੰਸਲਟੇਸ਼ਨਸ ਲੈਣੀਆਂ, ਜਾਂ ਫਿਰ ਕੋਈ ਈਵਨ ਤੁਸੀਂ ਕੈਨੇਡਾ ਪਹੁੰਚ ਚੁੱਕੇ ਹੋ ਉੱਥੇ ਵੀ ਤੁਹਾਡੀਆਂ ਕੁਐਰੀਜ਼ ਆ, ਤਾਂ ਯੂ ਕੈਨ ਫੀਲ ਫਰੀ ਟੂ ਕੰਟੈਕਟ ਅਸ। ਆਵਰ ਕੰਸਲਟੇਸ਼ਨਸ ਆਰ ਫ੍ਰੀ ਆਫ ਚਾਰਜ ਈਵਨ ਇਨ ਕੈਨੇਡਾ ਐਂਡ ਇਨ ਇੰਡੀਆ। ਐਂਡ ਜੋ ਸਾਡਾ ਕੈਨੇਡਾ ਦਾ ਨੰਬਰ ਆ ਦੈਟ ਇਜ਼ 6477704618। ਐਂਡ ਜੋ ਸਾਡਾ ਇੰਡੀਆ ਦਾ ਨੰਬਰ ਆ ਦੈਟ ਇਜ਼ 9170791706। So stay safe and till then good luck, take care.